ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ। ਮੈਂ ਹਾਂ ਆਨੰਦਪ੍ਰੀਤ ਸਿੰਘ। ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੇ ਇਸ ਪ੍ਰੋਗਰਾਮ ਦੇ ਵਿੱਚ ਪੰਨੂ ਸਾਹਿਬ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। जी शुक्रिया आनंदप्रीत जी, सत श्री अकाल। इस तो पहला कि तुसी सवालों की लड़ी शुरू करो, मैं एक जरूरी गल करनी चाहना जी। वो गल दो बीमारियों नाल संबंधित है। एक करोना की बीमारी जिहड़ी सारी दुनिया च फैली पई है, दूसरी लंपी स्किन की जिहड़ी बीमारी पशुओं विच है ते जिहड़ा साडे पंजाब की इस वेले समस्या बनती जाती है, खास करके एक नुक्कर मालवे की जी उत्थे समस्या बहुत वध रही। मैं उहदे बारे गल करनी चाहना जी। पहले तो एक करोना वायरस के केस भारत विच वध रहा। भारत दे विच कुछ 94 थावां ते वध रहा ते उन्हां चों खास तौर ते दिल्ली विच इस वेले स्थिति जिहड़ी आ थोड़ी चिंता वाली बन रही है। ते मैनूं जो पता लगा वो ये है कि दिल्ली सरकार ने सख्ती नाल कहा कि मास्क लाए बगैर कोई ना बाहर निकले, जुर्माने भी होणगे, फिर ना आखिओ, और जुर्माने भी मोटे होणगे जी। मैं समझदा कि असी बहुत संकट दे दिन कट्टे आ 2019 तो बाद। जदों दा 2020 ते 21 जदों चलिया ते असी जिहड़ा कोविड-19 है, कोविड-19 इस करके कहिंदे आ कि ये दसंबर 2019 च शुरू होया सी ते 20 ते 21 विच ने भड़थू पा छड्डिया जी। जे असीं एडे वड्डे संकट विच सरकार दे कहण ते अपने भले वास्ते भी एक दूसरे दी बांह फड़दे रहे, मदद करते रहे जी। सारी चौकसी वरतते रहे हाँ ते एक थां ते पहुंचे हाँ जिथे जाके बीमारी नूं रोक लगी है। ते हुण जे कोई नवीं लहर आउंदी है, उहदे मुकाबले लई सरकार कोई हदायतां देवे ते उहदी उलंघना नहीं करनी चाहिदी। भावें इत्थे बथेरे लोक ने ਜਿਹੜੇ ਲੋਕਾਂ ਨੂੰ ਉਲੰਘਣਾ ਕਰਨ ਲਈ ਉਕਸਾਉਣਗੇ, ਪਰ ਉਲੰਘਣਾ ਨਹੀਂ ਕਰਨੀ ਚਾਹੀਦੀ, ਬਚਾਅ ਰੱਖਣਾ ਚਾਹੀਦਾ। ਦੂਸਰੀ ਗੱਲ ਹੈ ਪਸ਼ੂਆਂ ਦੀ ਬਿਮਾਰੀ ਬਾਰੇ। ਉਹ ਪਿਛਲੇ ਦਿਨਾਂ 'ਚ ਵੱਧਦੀ ਗਈ। ਅਸੀਂ ਉਹਦੀ ਚਰਚਾ ਕਰਨ ਤੋਂ ਝਿਜਕਦੇ ਸਾਂ। ਅਸੀਂ ਸੋਚਦੇ ਸਾਂ ਹੌਲੀ ਹੌਲੀ ਕੰਟਰੋਲ ਹੋ ਰਹੀ ਆ ਜੀ। ਕਾਫੀ ਹੱਦ ਤੱਕ ਕੰਟਰੋਲ ਹੋਈ ਵੀ ਆ, ਪਰ ਕੁਝ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਅਸੀਂ ਪ੍ਰੈਕਟੀਕੇਬਲ ਡਿਫਿਕਲਟੀਜ਼ ਕਹਿੰਦੇ ਆ। ਉਹਦੀਆਂ ਪ੍ਰੈਕਟੀਕਲ ਡਿਫਿਕਲਟੀਜ਼ ਆ ਉਹਨਾਂ ਦਾ ਕਰਕੇ ਜਿਹੜੀ ਸਮੱਸਿਆ ਹੁੰਦੀ ਆ ਉਹਦੇ ਵੱਲ ਸਰਕਾਰਾਂ ਨੇ ਧਿਆਨ ਦੇਣਾ ਹੁੰਦਾ। ਸਰਕਾਰਾਂ ਕਹਿੰਦੀਆਂ ਅਸੀਂ ਧਿਆਨ ਦੇ ਰਹੇ ਹਾਂ, ਪਰ ਜਿੰਨਾ ਧਿਆਨ ਦੇਣਾ ਹੁੰਦਾ ਉਹਨਾਂ ਦਿੱਤਾ ਨਹੀਂ ਜਾ ਰਿਹਾ। ਸਾਡੀ ਪੱਤਰਕਾਰਾਂ ਦੀ ਮੁਸ਼ਕਲ ਇਹ ਆ ਕਿ ਅਸੀਂ ਸਰਕਾਰੀ ਅਧਿਕਾਰੀ ਨਹੀਂ, ਇਹਦੇ ਬਾਵਜੂਦ 24 ਘੰਟੇ ਆਪਣਾ ਫੋਨ ਚੱਲਦਾ ਰੱਖਦੇ ਹਾਂ। ਤੇ ਜਿਹੜੇ ਸਰਕਾਰੀ ਅਧਿਕਾਰੀਆਂ ਦੇ ਇਹ ਜ਼ਿੰਮੇ ਹੁੰਦੇ ਕੰਮ, ਉਹ ਛੁੱਟੀ ਵਾਲੇ ਦਿਨ ਵੀ ਕਹਿੰਦੇ ਅੱਜ ਸਾਡੀ ਛੁੱਟੀ ਆ, ਤੇ ਅੱਗੋਂ ਪਿੱਛੋਂ ਵੀ ਇਹਨਾਂ 'ਚੋਂ ਬਹੁਤ ਸਾਰਿਆਂ ਦੇ ਫੋਨ ਸਾਨੂੰ ਬੰਦ ਮਿਲਣ ਲੱਗ ਪੈਂਦੇ ਆ। ਬਿਲਕੁਲ ਠੀਕ। ਅੱਜ ਮੇਰੇ ਕੋਲ ਲੰਬੀ ਹਲਕੇ ਤੋਂ ਦਵਿੰਦਰ ਸਿੰਘ ਹੋਰਾਂ ਦਾ ਫੋਨ ਆਇਆ। ਉਹਨਾਂ ਨੇ ਮੈਨੂੰ ਆਖਿਆ ਜੀ ਇਹ ਬਿਮਾਰੀ ਇੱਥੇ ਲੋਕ ਬੜੇ ਤੰਗ ਨੇ ਜੀ। ਉਹਨੇ ਕਿਹਾ ਮੈਂ ਫਾਜ਼ਿਲਕਾ ਤੋਂ ਗੰਗਾ ਨਗਰ ਨੂੰ ਗਿਆ ਸਾਂ। ਸ੍ਰੀ ਗੰਗਾ ਨਗਰ ਤੋਂ ਜਾਂਦਿਆਂ ਵੀ ਤੇ ਮੁੜਦਿਆਂ ਵੀ ਰਸਤੇ 'ਚ ਜਿਹੜੇ ਲੋਕਾਂ ਦੇ ਪਸ਼ੂ ਆ ਉਹਨਾਂ ਦੀ ਬਿਮਾਰੀ ਵਾਸਤੇ, ਇਲਾਜ ਵਾਸਤੇ ਤੇ ਮਹਿਕਮਾ ਦਵਾਈਆਂ ਦੇ ਰਿਹਾ। ਜਿਹੜੇ ਆਵਾਰਾ ਪਸ਼ੂ ਨੇ ਸੜਕਾਂ ਤੇ ਪਏ ਨੇ ਉਹਨਾਂ ਦੀ ਪਾਕ ਵਗਦੀ ਪਈ ਆ। ਜੋ ਹਾਲਤ ਹੈ, ਜੇ ਇਹਨਾਂ ਦੀ ਬਿਮਾਰੀ ਵੱਧ ਗਈ ਤੇ ਸੰਭਾਲੇਗਾ ਕੌਣ? ਜਿਹੜੇ ਅੱਡਿਆਂ 'ਚ ਦੁਕਾਨਦਾਰ ਆ ਉਹ ਵੀ ਰੋਂਦੇ ਆ ਤੇ ਨਾਲ ਦੇ ਪਿੰਡਾਂ ਵਾਲੇ ਵੀ ਰੋਂਦੇ ਆ ਜੀ। ਇਹਦੇ ਬਾਰੇ ਕੁਝ ਕਰੋ। ਮੈਂ ਫਿਰ ਲੱਭਣਾ ਸ਼ੁਰੂ ਕੀਤਾ। ਉਹ ਫਾਜ਼ਿਲਕਾ ਜ਼ਿਲ੍ਹੇ ਦੇ ਜਿਹੜੇ ਇੰਚਾਰਜ ਡਾਕਟਰ ਨੇ, ਡਾਕਟਰ ਛਾਬੜਾ, ਉਹਨਾਂ ਨਾਲ ਗੱਲ ਹੋਈ। ਮੈਨੂੰ ਚੰਗਾ ਲੱਗਾ ਕਿ ਉਹਨਾਂ ਨੇ ਮੇਰੇ ਨਾਲ ਖੁੱਲ੍ਹ ਕੇ ਗੱਲ ਕੀਤੀ ਤੇ ਫਿਰ 10 ਮਿੰਟ ਦੇ ਅੰਦਰ ਉਹਨਾਂ ਨੇ ਸਾਰੀ ਅੱਗੋਂ ਫੀਡ ਲੈ ਕੇ ਵੀ ਮੈਨੂੰ ਦੱਸਿਆ। ਉਸ ਫੀਡਬੈਕ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀਆਂ ਜਿਹੜੀਆਂ NGO ਟੀਮਾਂ ਨੇ ਉਹ ਵੀ ਲੱਗੀਆਂ ਨੇ, ਮਹਿਕਮੇ ਦੇ ਮੁਲਾਜ਼ਮ ਵੀ। ਉਹਨਾਂ ਨੇ ਫਿਰ ਉਹਨਾਂ ਨੂੰ ਕਹਿ ਤਾ ਕਿ ਫਲਾਣੇ ਤੋਂ ਰਿਪੋਰਟ ਆਈ ਆ ਤੇ ਪ੍ਰਾਈਮ ਏਸ਼ੀਆ ਤੋਂ ਰਿਪੋਰਟ ਮਿਲੀ ਆ, ਇਹ ਵੀ ਤੁਸੀਂ ਜਾ ਕੇ ਕਰਕੇ ਆਓ। ਇਹ ਗੱਲ ਮੈਨੂੰ ਲੱਗੀ ਚੰਗੀ, ਪਰ ਜਿਹੜੀ ਗੱਲ ਮੈਨੂੰ ਮਾੜੀ ਲੱਗੀ ਉਹ ਡਾਕਟਰ ਛਾਬੜਾ ਦੀ ਨਹੀਂ, ਉਹ ਇਸ ਮਹਿਕਮੇ ਦੀ ਹੈ। ਇਹ ਮਹਿਕਮਾ ਬਹੁਤ ਵੱਡੇ ਅਫਸਰਾਂ ਕੋਲ ਹੈ। ਜਦੋਂ ਐਮਰਜੈਂਸੀ ਹੋਵੇ, ਜੰਗ ਲੱਗੀ ਹੋਵੇ ਤੇ ਫੌਜ ਦੇ ਕੰਟਰੋਲ ਰੂਮ ਦੇ ਨੰਬਰ ਗਲਤ ਨਹੀਂ ਹੋਣੇ ਚਾਹੀਦੇ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿਹੜੇ ਨੰਬਰ ਤੇ ਡਾਇਲ ਕਰਨਾ ਜੀ। ਦੰਗਾ ਫਸਾਦ ਹੁੰਦਾ ਹੋਵੇ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, SDM ਤੇ ਪੁਲਿਸ ਦੇ ਥਾਣਿਆਂ ਦੇ ਨੰਬਰ ਠੀਕ ਹੋਣੇ ਚਾਹੀਦੇ ਆ। ਹੜ੍ਹ ਆਇਆ ਹੋਵੇ ਤੇ ਹੜ੍ਹ ਕੰਟਰੋਲ ਰੂਮ ਦੇ ਠੀਕ ਹੋਣੇ ਚਾਹੀਦੇ ਆ ਜੀ। ਇੱਥੇ ਹਾਲਤ ਇਹ ਆ ਕਿ ਲੋਕ ਲੱਭਣਗੇ ਕਿੱਥੋਂ? मैं एनीमल हसबेंडरी डिपार्टमेंट की साइट खोलनी शुरू की। तुसीं सुन के हैरान होवोगे जी। डॉक्टर छाबड़ा का नंबर लभण वास्ते मैनू खेचल करनी पई, इस करके कि डॉक्टर छाबड़ा का कोई कसूर नहीं।
ਜਿਹੜਾ ਮਹਿਕਮਾ ਚੰਡੀਗੜ੍ਹ 'ਚੋਂ ਚੱਲਦਾ, ਉਹਨਾਂ ਲੋਕਾਂ ਨੇ ਨਾਂ ਡਾਕਟਰ ਛਾਬੜਾ ਦਾ ਲਿਖ ਦਿੱਤਾ ਕਿ ਅੱਜ ਕੱਲ੍ਹ ਇੰਚਾਰਜ ਡਾਕਟਰ ਉੱਥੇ ਉਹ ਨੇ, ਤੇ ਜਿਹੜਾ ਟੈਲੀਫੋਨ ਨੰਬਰ ਸੈੱਲ ਨੰਬਰ ਹੈ ਉਹ ਪੁਰਾਣੇ ਡਾਕਟਰ ਸਾਹਿਬ ਦਾ ਦੇ ਦਿੱਤਾ, ਜਿਹੜੇ ਡਾਕਟਰ ਸਾਹਿਬ ਇੱਥੋਂ ਪ੍ਰਮੋਟ ਹੋ ਕੇ ਇਸ ਵੇਲੇ ਚੰਡੀਗੜ੍ਹ ਹੈੱਡਕੁਆਟਰ 'ਚ ਜਾ ਚੁੱਕੇ ਆ। ਇਹ ਕਿਹਨੇ ਬਦਲਣਾ ਸੀ ਜੀ। ਮੈਂ ਆਖਿਆ ਚਲੋ, ਉਹਨਾਂ ਨਾਲ ਮੇਰੀ ਚੰਡੀਗੜ੍ਹ ਗੱਲ ਹੋ ਗਈ, ਉਹਨਾਂ ਨੇ ਬੜੇ ਧਿਆਨ ਨਾਲ ਮੇਰੀ ਗੱਲ ਸੁਣਿਆ, ਜਵਾਬ ਵੀ ਠੀਕ ਦਿੱਤਾ। ਪਰ ਮੈਂ ਇਹਦੇ ਦੌਰਾਨ ਇੱਕ ਕੋਸ਼ਿਸ਼ ਹੋਰ ਕੀਤੀ ਕਿ ਫਾਜ਼ਿਲਕਾ ਦੇ ਡੰਗਰਾਂ ਦਾ ਜਿਹੜਾ ਵਿਭਾਗ ਹੈ, ਐਨੀਮਲ ਹਸਬੈਂਡਰੀ ਡਿਪਾਰਟਮੈਂਟ ਹੈ, ਉਹਦਾ ਲੈਂਡਲਾਈਨ ਨੰਬਰ ਵੀ ਤੇ ਕੋਈ ਹੋਵੇਗਾ। ਮੈਂ ਲੈਂਡਲਾਈਨ ਨੰਬਰ ਡਾਇਲ ਕਰਨ ਲੱਗਾ ਤੇ ਇੱਕਦਮ ਮੇਰੇ ਮਨ 'ਚ ਆਇਆ ਕਿ ਇਹ ਤਾਂ ਨੰਬਰ ਹੀ ਗਲਤ ਹੈ ਤੇ ਕੋਡ ਦਿੱਤਾ 01881। ਇਹ ਤਾਂ ਕੋਡ ਹੈਗਾ ਰੋਪੜ ਦਾ, ਇਹ ਤਾਂ ਫਾਜ਼ਿਲਕਾ ਦਾ ਕੋਡ ਨਹੀਂ। ਥੱਲੇ ਮੈਂ ਵੇਖਿਆ ਨੰਬਰ 222-337 ਹੈ। ਜਦੋਂ ਮੈਂ ਉਹ ਵੇਖਣਾ ਸ਼ੁਰੂ ਕੀਤਾ ਮੈਂ ਹੈਰਾਨ ਰਹਿ ਗਿਆ ਕਿ ਮੇਰੇ ਸਾਹਮਣੇ ਕੀ ਆ, ਉਹ ਤਿੰਨਾਂ ਜ਼ਿਲ੍ਹਿਆਂ ਦੇ ਉੱਤੇ ਇੱਕੋ ਹੀ ਨੰਬਰ ਤੇ ਇੱਕੋ ਹੀ ਕੋਡ ਦਿੱਤਾ ਪਿਆ। ਉਹੋ ਹੀ ਨੰਬਰ, ਉਹੋ ਹੀ ਕੋਡ ਲੈਂਡਲਾਈਨ ਨੰਬਰ ਦਾ ਜਿਹੜਾ ਹੈਗਾ, ਉਹਦੇ ਵਿੱਚ ਕਹਿੰਦਾ ਕੀ ਆ ਕਿ ਪਠਾਨਕੋਟ ਦੇ ਵਿੱਚ ਡਾਕਟਰ ਰਮੇਸ਼ ਕੋਹਲੀ, SBO ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ, ਫੋਨ ਨੰਬਰ 01881 222 337। ਜੀ। ਰੋਪੜ ਦੇ ਵਿੱਚ ਡਾਕਟਰ ਸੋਹਣ ਲਾਲ, AD ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ, ਉਹਨਾਂ ਦਾ ਨੰਬਰ ਉਹੋ 01881 222 337। ਫਾਜ਼ਿਲਕਾ ਦੇ ਵਿੱਚ ਡਾਕਟਰ RK ਛਾਬੜਾ, ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ, ਫੋਨ ਨੰਬਰ ਉਹੋ ਹੀ 01881 222 337। ਆ ਸਾਹਮਣੇ ਪਿਆ, ਇਹ ਉਹਦਾ ਸਕਰੀਨਸ਼ਾਟ ਮੈਂ ਲਿਆ। ਕੀ ਉੱਥੇ ਜਿਹੜੇ ਚੰਡੀਗੜ੍ਹ 'ਚ ਬੈਠੇ ਨੇ ਦਫ਼ਤਰ 'ਚ, ਉਹਨਾਂ ਨੂੰ ਇਹ ਪਤਾ ਕਿ ਇਸ ਵੇਲੇ ਇਹ ਲੰਪੀ ਸਕਿਨ ਦੀ ਬਿਮਾਰੀ ਪੰਜਾਬ ਵਿੱਚ ਕਹਿਰ ਪਾਈ ਜਾਂਦੀ ਹੈ? ਕੀ ਉਹਨਾਂ ਨੂੰ ਪਤਾ ਕਿ ਸੰਭਾਲਣ ਦੀ ਲੋੜ ਹੈ? ਕੀ ਉਹਨਾਂ ਨੂੰ ਪਤਾ ਕਿ ਜਿੱਥੇ ਸਭ ਤੋਂ ਵੱਧ ਬਿਮਾਰੀ ਹੈ, ਤੁਸੀਂ ਫਾਜ਼ਿਲਕਾ ਦੀ ਬਿਮਾਰੀ ਜਿਹੜੀ ਉਹਨੂੰ ਲੋਕੀ ਕੰਟਰੋਲ ਕਰਨ 'ਚ ਮਦਦ ਕਿੱਦਾਂ ਕਰਨਗੇ ਜੇ ਤੁਸੀਂ ਰੋਪੜ ਦਾ ਨੰਬਰ ਉਹਨਾਂ ਨੂੰ ਦਿੱਤਾ ਤੇ ਪਠਾਨਕੋਟ ਵਾਲਿਆਂ ਨੇ ਵੀ ਦਿੱਤਾ? ਇਹ ਮਹਿਕਮੇ ਨੂੰ ਚੈੱਕ ਕੌਣ ਕਰੇਗਾ? ਮੈਂ ਬਹੁਤਾ ਨਹੀਂ ਕਹਿਣਾ ਚਾਹੁੰਦਾ, ਆਸ ਰੱਖੂੰਗਾ ਕਿ ਮਹਿਕਮੇ ਦੇ ਵੱਡੇ ਅਫਸਰ ਤੇ ਉਹਨਾਂ ਦਾ ਮੰਤਰੀ ਇਹਨੂੰ ਚੈੱਕ ਕਰਨਗੇ ਤਾਂ ਕਿ ਲੋਕਾਂ ਨੂੰ ਸਹੂਲਤ ਹੋ ਸਕੇ। ਇਹੋ ਜਿਹੇ ਸੰਕਟ ਦੇ ਸਮਿਆਂ ਦੇ ਉੱਤੇ ਜਿਹੜਾ ਸੰਬੰਧਿਤ ਵਿਭਾਗ ਹੋਵੇ, ਉਹਦੇ ਸਾਰੇ ਨੰਬਰ ਲੋਕਾਂ ਸਾਹਮਣੇ ਜਾਣੇ ਚਾਹੀਦੇ ਆ। ਔਰ ਮੈਂ ਇਹ ਗੱਲ ਦਵਿੰਦਰ ਸਿੰਘ ਹੋਰਾਂ ਨੂੰ ਵੀ ਆਖੂੰਗਾ ਕਿ ਤੁਸੀਂ ਜਿਸ ਤਰ੍ਹਾਂ ਸਾਡੇ ਕੋਲ ਪਹੁੰਚਾਈ ਆ, ਮਿਹਰਬਾਨੀ ਕਰਕੇ ਫਾਜ਼ਿਲਕਾ ਦੇ ਜਿਹੜੇ ਇੰਚਾਰਜ ਡਾਕਟਰ ਆ, ਡਾਕਟਰ ਛਾਬੜਾ, ਉਹਨਾਂ ਨਾਲ ਵੀ ਗੱਲ ਕਰਿਓ। ਉਹ ਪਹਿਲਾਂ ਵੀ ਕਰਦੇ ਪਏ ਸੀ, ਅੱਜ ਉਹਨਾਂ ਨੇ ਟੀਮਾਂ ਹੋਰ ਇਸ ਪਾਸੇ ਲਾ ਦਿੱਤੀਆਂ ਨੇ। ਕੁਝ ਮਦਦ ਉਹ ਕਰਨਗੇ, ਤੁਸੀਂ ਵੀ ਕਰਿਓ ਤਾਂ ਕਿ ਬਿਮਾਰੀ ਕੰਟਰੋਲ ਕੀਤੀ ਜਾ ਸਕੇ। ਹੁਣ ਨੰਦਪ੍ਰੀਤ ਜੀ, ਤੁਸੀਂ ਅਗਲਾ ਸਵਾਲ ਪੁੱਛ ਸਕਦੇ ਹੋ। ਜੀ ਪੁਣ ਸਾਹਿਬ, ਅਗਲਾ ਸਵਾਲ ਬੜਾ ਅਤ ਅਹਿਮ ਸਵਾਲ ਹੈ, ਜਿਸ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਵੀ ਲਗਾਤਾਰ ਜਜਮੈਂਟਸ ਆਈਆਂ ਨੇ, ਟਿੱਪਣੀਆਂ ਆਈਆਂ ਨੇ ਕਿ ਮੁਫਤਖੋਰੀ ਨੂੰ ਲੈ ਕੇ ਅਸੀਂ ਕਿੱਥੇ ਕੁ ਜਾ ਰਹੇ ਹਾਂ, ਕਿੱਥੇ ਕੁ ਖੜਾਂਗੇ ਜਾ ਕੇ। ਤੇ ਮੁਫਤਖੋਰੀ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਨੂੰ ਵੀ ਜਿਹੜੀ ਉਹ ਝਾੜ ਪਾਈ ਹੈ ਕਿ ਤੁਸੀਂ ਐਫੀਡੈਵਿਟ ਸਾਡੇ ਕੋਲ ਨਹੀਂ ਲੈ ਕੇ ਆਏ, ਜਦ ਜਿਹੜੀ ਤੁਸੀਂ ਸਾਡੀ ਗੱਲ ਵੀ ਨਹੀਂ ਸੁਣ ਰਹੇ। ਤਾਂ ਕਿਸ ਤੱਕ ਕਿਉਂ ਲੱਗਦਾ ਹੈਗਾ ਤੁਹਾਨੂੰ ਪਨੂ ਸਾਹਿਬ ਕਿ ਚੋਣ ਕਮਿਸ਼ਨ ਇਸ ਮਾਮਲੇ ਦੇ ਵਿੱਚ ਇੰਨੀ ਅਣਗਹਿਲੀ ਕਿਉਂ ਦਿਖਾ ਰਿਹਾ ਹੈਗਾ? ਤਾਂ ਦੂਸਰੇ ਪਾਸੇ ਇਸ ਮੁੱਦੇ ਦੇ ਉੱਤੇ ਰਾਜਨੀਤੀ ਉਹ ਵੀ ਚੱਲ ਰਹੀ ਹੈ। ਪ੍ਰਧਾਨ ਮੰਤਰੀ ਸਾਹਿਬ ਤਾਂ ਇੱਥੋਂ ਤੱਕ ਕਹਿ ਗਏ ਨੇ ਕਿ ਮੁਫਤ ਦੀਆਂ ਰਿਓੜੀਆਂ ਵੰਡਣੀਆਂ ਬੰਦ ਕਰਨੀਆਂ ਚਾਹੀਦੀਆਂ ਨੇ ਪਾਰਟੀਆਂ ਨੂੰ। ਕੀ ਕਹਿਣਾ ਚਾਹੋਗੇ ਪਨੂ ਸਾਹਿਬ ਸਾਰੇ ਮਸਲੇ ਤੇ? ਪ੍ਰਧਾਨ ਮੰਤਰੀ ਜੀ ਨੂੰ ਇਹ ਚੇਤਾ ਕਰਨਾ ਚਾਹੀਦਾ ਨਾ, ਮੁਫਤ ਦੀਆਂ ਰਿਓੜੀਆਂ ਦੀ ਸ਼ੁਰੂਆਤ ਕਿਹਨੇ ਕੀਤੀ ਸੀ? ਜੀ। 2014 ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ, ਜੇ ਮੈਂ ਜਿੱਤ ਗਿਆ ਸਾਰੇ ਭਾਰਤ ਦੇ ਲੋਕਾਂ ਨੂੰ, ਹਰ ਨਾਗਰਿਕ ਨੂੰ 3-3 ਲੱਖ ਰੁਪਏ ਦਿਆਂਗਾ, 5 ਜੀਆਂ ਦੇ ਪਰਿਵਾਰ ਨੂੰ 15-15 ਲੱਖ ਰੁਪਏ ਉਹਨਾਂ ਦੇ ਖਾਤੇ 'ਚ ਭੇਜਾਂਗੇ। ਆ ਨਿੱਕੀਆਂ ਰਿਓੜੀਆਂ ਤੇ ਹਜ਼ਾਰ ਰੁਪਏ ਵਾਲੀਆਂ ਕੇਜਰੀਵਾਲ ਵਰਗੇ ਵੀ ਵੰਡੀ ਜਾਂਦੇ ਆ ਜੀ। ਜਿਹੜਾ ਇਕੱਠਾ 15-15 ਲੱਖ ਦਾ ਬੁੱਕ ਭਰ ਕੇ ਝੋਲੇ ਭਰ ਕੇ ਨੋਟਾਂ ਦੇ ਲੋਕਾਂ ਦੇ ਘਰ ਭੇਜਣੇ ਸੀ, ਇਦੋਂ ਵੱਧ ਰਿਓੜੀਆਂ ਕੌਣ ਵੰਡ ਸਕਦਾ? ਅੱਜ ਪ੍ਰਧਾਨ ਮੰਤਰੀ ਜੀ ਕਹਿੰਦੇ ਮੁਫਤ ਦੀਆਂ ਰਿਓੜੀਆਂ ਨਹੀਂ ਵੰਡਣੀਆਂ ਚਾਹੀਦੀਆਂ। ਪੰਜਾਬ ਵਿੱਚ ਕੇਜਰੀਵਾਲ ਜੇ ਕੋਈ ਇਹੋ ਜਿਹਾ ਐਲਾਨ ਕਰੇ ਉਹ ਤਾਂ ਰਿਓੜੀਆਂ ਹੋ ਗਈਆਂ, ਦਿੱਲੀ 'ਚ ਕਰੇ ਤੇ ਰਿਓੜੀਆਂ ਹੋ ਗਈਆਂ। ਜੇ ਉਹਨੇ ਗੁਜਰਾਤ ਵਿੱਚ ਜਾ ਕੇ ਕਹਿ ਤਾ ਕਿ ਬਿਜਲੀ ਮੁਫਤ ਕਰਾਂਗੇ 300 ਯੂਨਿਟ ਤੇ ਔਰਤਾਂ ਨੂੰ 1-1 ਹਜ਼ਾਰ ਰੁਪਈਆ ਜਿਹੜਾ ਉਹ ਅਸੀਂ ਦਿਆਂਗੇ ਜੀ, ਤੇ ਉਹ ਤੇ ਰਿਓੜੀਆਂ ਹੋ ਗਈਆਂ। ਜੇ ਉਹਨੇ ਦਿੱਲੀ 'ਚ ਕਹਿ ਤਾ ਕਿ ਔਰਤਾਂ ਨੂੰ ਬੱਸ ਸਫ਼ਰ ਦੀ ਸਹੂਲਤ ਮੁਫਤ ਕਰਾਂਗੇ ਤੇ ਗੁਜਰਾਤ ਵਿੱਚ ਵੀ ਕਹਿਣ ਤੁਰ ਪੈਂਦਾ, ਉਹ ਤੇ ਰਿਓੜੀਆਂ ਹੋ ਗਈਆਂ। ਅੱਜ ਯੋਗੀ ਆਦਿੱਤਿਆਨਾਥ ਨੇ ਉਹੋ ਹੀ ਬੱਸਾਂ ਵਿੱਚ ਔਰਤਾਂ ਲਈ ਸਫ਼ਰ ਇੱਕ ਖਾਸ ਉਮਰ ਤੋਂ ਵੱਧ ਦੀਆਂ ਔਰਤਾਂ ਲਈ ਫ੍ਰੀ ਕਰ ਦਿੱਤਾ। ਕੀ ਇਹ ਰਿਓੜੀਆਂ ਨਹੀਂ? ਜਦੋਂ ਭਾਜਪਾ ਦੇ ਲੀਡਰ
ਉਹਦਾ ਨਾਂ ਹੁਣ ਮੈਨੂੰ ਭੁੱਲ ਗਿਆ, ਛੱਤੀਸਗੜ੍ਹ ਦਾ ਮੁੱਖ ਮੰਤਰੀ ਹੁੰਦਾ ਸੀ, 3 ਵਾਰੀ ਲਗਾਤਾਰ ਮੁੱਖ ਮੰਤਰੀ ਰਿਹਾ, 15 ਸਾਲ ਰਾਜ ਕਰਦਾ ਰਿਹਾ। ਜਦੋਂ ਉਹਨੇ ਆਖਿਆ ਸੀ ਕਿ ਮੈਂ ਹਰ ਇੱਕ ਨਾਗਰਿਕ ਨੂੰ ਇਸ ਰਾਜ ਦੇ ਵਿੱਚ ਇੱਕ ਗਾਂ ਲਿਖ ਕੇ ਦਊਂਗਾ, ਉਹ ਰਿਓੜੀਆਂ ਨਹੀਂ ਸੀ। ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ, ਇਹ ਟਾਰਾ ਮਾਰਦੇ ਸਨ ਕਿ ਵੇਖੋ ਸਾਡੀ ਸਰਕਾਰ ਨੇ ਸਸਤਾ ਆਟਾ ਦਾਲ ਦੇਣਾ ਸ਼ੁਰੂ ਕੀਤਾ। ਅਕਾਲੀ ਇਕੱਲੇ ਤਾਂ ਨਹੀਂ ਸੀ ਮਾਰਦੇ, ਭਾਜਪਾ ਦੇ ਲੀਡਰ ਵੀ ਮਾਰਦੇ ਸਨ। ਕੀ ਉਹ ਰਿਓੜੀਆਂ ਨਹੀਂ ਸੀ? ਜੇ ਤੁਸੀਂ ਵੰਡੋ ਤੇ ਉਹ ਰਿਓੜੀਆਂ ਨਹੀਂ, ਦੂਸਰਾ ਕੋਈ ਵੰਡੇ ਤੇ ਰਿਓੜੀਆਂ। ਇਹ ਬਹਿਸ ਹੁਣ ਚੱਲ ਪਈ ਹੈ ਤੇ ਕਿਸੇ ਪਾਸੇ ਲੱਗਣੀ ਚਾਹੀਦੀ ਹੈ ਜੀ। ਅੰਗਰੇਜ਼ੀ ਦਾ ਮੁਹਾਵਰਾ ਮੈਂ ਕਈ ਵਾਰੀ ਅੱਗੇ ਵੀ ਦੱਸਿਆ ਕਿ ਉਹ ਕਹਿੰਦੇ ਭੁੱਖੇ ਨੂੰ ਖਾਣ ਵਾਸਤੇ ਮੱਛੀ ਨਾ ਦਿਓ, ਉਹਨੂੰ ਮੱਛੀਆਂ ਫੜਨ ਦੀ ਜਾਚ ਦਿਖਾਓ, ਭਲਕੇ ਵੀ ਫੜ ਕੇ ਖਾ ਲਵੇ, ਨਹੀਂ ਤੇ ਭਲਕੇ ਦਰਵਾਜ਼ੇ ਤੇ ਫਿਰ ਆ ਕੇ ਬੈਠਾ ਹੋਊਗਾ ਮੈਨੂੰ ਭੁੱਖ ਲੱਗੀ ਹੈ ਜੀ। ਭਾਰਤ ਵਿੱਚ ਜਿਹੜਾ ਵੀ ਆਉਂਦਾ ਇਹ ਰਿਓੜੀਆਂ ਵੰਡਦਾ। ਕਿਸੇ ਨੇ ਲੋਕਾਂ ਨੂੰ ਰਿਓੜੀਆਂ ਵਟਣੀਆਂ ਤੇ ਆਪ ਕਮਾਉਣੀਆਂ ਨਹੀਂ ਸਿਖਾਈਆਂ। ਜੇ ਸੁਪਰੀਮ ਕੋਰਟ ਨੇ ਦਖਲ ਦਿੱਤਾ ਤੇ ਇਹ ਗੱਲ ਕਿਸੇ ਸਿਰੇ ਲੱਗਣੀ ਚਾਹੀਦੀ ਹੈ ਜੀ। ਤਾਂ ਪੰਨੂ ਸਾਹਿਬ, ਇੱਕ ਅਗਲਾ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਅਫਸਰਸ਼ਾਹੀ ਦੇ ਵਿੱਚ ਇਸ ਵੇਲੇ ਬੜਾ ਕੁਝ ਇਹੋ ਜਿਹਾ ਚੱਲ ਰਿਹਾ। ਸਵੇਰੇ ਉੱਠ ਕੇ WhatsApp ਚੈੱਕ ਕਰਨਾ ਪੈਂਦਾ ਹੈ ਕਿ ਭਾਈ ਕਿਤੇ ਸਾਡੇ ਖਿਲਾਫ ਤਾਂ ਨਹੀਂ ਕੋਈ ਕਾਰਵਾਈ ਹੋ ਗਈ ਹੈ। ਤਾਂ ਇੱਕ ਖਬਰ ਇੱਧਰ ਸੁਣੀ ਹੈ ਸ਼੍ਰੀ ਅਨੰਦਪੁਰ ਸਾਹਿਬ ਵੱਲ, ਇੱਕ ਤਹਿਸੀਲਦਾਰ ਫੜਿਆ ਗਿਆ। ਇਹ ਪੂਰਾ ਮਾਮਲਾ ਕੀ ਹੈ? ਕਦੇ ਤਾਂ ਬੜੀ ਚੜ੍ਹਤ ਹੁੰਦੀ ਸੀ ਇਸ ਮਹਿਕਮੇ ਦੀ, ਬੱਲੇ ਬੱਲੇ ਹੁੰਦੀ ਸੀ, ਤੇ ਹੁਣ ਤਹਿਸੀਲਦਾਰ ਸਾਹਿਬ ਫੜੇ ਗਏ, ਇਹ ਕਿਉਂ? ਦੇਖੋ, ਜੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਬੈਠਾ ਤਹਿਸੀਲਦਾਰ ਆ ਤੇ ਹੈ ਤਾਂ ਤਹਿਸੀਲਦਾਰ ਹੀ ਆ। ਉੱਥੇ ਜਾ ਕੇ ਉਹਦਾ ਹਿਰਦੇ ਪਰਿਵਰਤਨ ਤਾਂ ਹੋ ਨਹੀਂ ਗਿਆ ਜੀ, ਆਦਤਾਂ ਤਾਂ ਬਦਲ ਨਹੀਂ ਗਈਆਂ। ਇਹ ਤਹਿਸੀਲਦਾਰ ਮਾਲ ਮਹਿਕਮੇ ਵਾਲੇ ਜਿਹੜੇ ਲੋਕਾਂ ਨੂੰ, ਮੈਂ ਸਾਰੇ ਤਹਿਸੀਲਦਾਰਾਂ ਨੂੰ ਗਲਤ ਨਹੀਂ ਕਹਿੰਦਾ, ਜਿਹੜੇ ਲੋਕਾਂ ਨੂੰ ਹੱਡ ਚੱਬਣ ਦੀ ਆਦਤ ਪੈ ਗਈ ਉਹ ਛੱਡਦੇ ਕਿਉਂ ਆ? ਫਿਰੋਜ਼ਪੁਰ ਦੀ ਖਬਰ ਤਾਂ ਪੜ੍ਹੀ ਆ ਕਿ ਸਰਕਾਰੀ ਜ਼ਮੀਨ ਇੱਕ ਪਟਵਾਰੀ ਨੇ ਪਹਿਲਾਂ ਕਿਸੇ ਦੇ ਨਾਂ ਕੀਤੀ, ਕਿਸੇ ਦੇ ਨਾਂ ਤੋਂ ਆਪਣੇ ਸਾਲੇ ਦੇ ਨਾਂ ਕੀਤੀ, ਕਰੋੜਾਂ ਦੀ ਜ਼ਮੀਨ ਖੁਰਦ-ਬੁਰਦ ਕਰ ਗਿਆ ਤੇ ਪਿਛਲੇ 10-12 ਸਾਲ ਹੋ ਗਏ ਆ, ਰਿਪੋਰਟਾਂ ਆਉਂਦੀਆਂ ਨੇ, ਉਹ ਰਿਟਾਇਰ ਵੀ ਹੋ ਗਿਆ, ਅਜੇ ਤੱਕ ਉਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਪਈ। ਆ ਸਾਡੇ ਜਲੰਧਰ ਤੋਂ ਚਿੰਤਪੁਰਨੀ ਮਾਤਾ ਦੇ ਮੰਦਿਰ ਤੱਕ ਐਕਸਪ੍ਰੈਸ-ਵੇ ਬਣਨਾ ਸੀ, ਇਸ ਗੱਲ ਨੂੰ 8-9 ਸਾਲ ਹੋ ਗਏ। ਇੱਥੇ ਹੁਸ਼ਿਆਰਪੁਰ 'ਚ ਬੈਠੇ ਅਫਸਰਾਂ ਨੇ ਤੇ ਕੁਝ ਲੀਡਰਾਂ ਨੇ ਰਲ ਕੇ ਸਲਾਹ ਬਣਾਈ ਜੀ। ਰਸਤੇ ਜਿਹੜੀਆਂ ਜ਼ਮੀਨਾਂ ਆਉਂਦੀਆਂ ਸੀ 5 ਲੱਖ 15 ਲੱਖ 20 ਲੱਖ ਰੁਪਈਏ ਵਾਲੀਆਂ, ਉਹ ਦਿੱਲੀੋਂ ਨਕਸ਼ੇ ਦਾ ਪਤਾ ਲੱਗਦੇ ਸਾਰ ਆ ਕੇ ਖਰੀਦ ਲੀਆਂ ਤੇ ਉਹਨਾਂ ਦੇ ਘੇਰੇ 3-3 ਫੁੱਟ ਉੱਚੀ ਕੰਧ ਕਰਕੇ ਤੇ ਬਲਡੋਜ਼ਰ ਫੇਰ ਕੇ ਤੇ ਆਖਿਆ ਜੀ ਇਹ ਤਾਂ ਸਾਡੀਆਂ ਕਲੋਨੀਆਂ ਜੀ। ਤੇ ਜਿਹੜੀਆਂ 10 ਲੱਖ ਰੁਪਏ ਕਿੱਲਾ ਖਰੀਦੀਆਂ ਸਨ ਜੀ, ਉਹਨਾਂ ਦਾ ਰੇਟ ਸਰਕਾਰ ਨੂੰ ਕਹਿਤਾ ਜੀ ਇੱਥੇ 1 ਲੱਖ ਰੁਪਇਆ ਮਰਲਾ ਚੱਲਦਾ, ਇਹਦਾ ਮਤਲਬ 1 ਕਰੋੜ 60 ਲੱਖ ਦਾ ਕਿੱਲਾ ਹੋ ਗਿਆ ਰਾਤੋਂ ਰਾਤ। ਉਹਨਾਂ ਨੇ ਜ਼ਮੀਨਾਂ ਦੇ ਰੇਟ ਇੰਨੇ ਚੜਾਤੇ ਕਿ ਭਾਰਤ ਸਰਕਾਰ ਨੂੰ ਆਖਿਆ 800-900 ਕਰੋੜ ਰੁਪਏ ਦਾ ਬਿੱਲ ਬਣਾ ਕੇ ਕਿ ਇੰਨੇ ਪੈਸੇ ਕਿਸਾਨਾਂ ਨੂੰ ਦੇਣੇ ਪੈਣੇ ਆ ਜੀ। ਤੇ ਉਹਨਾਂ ਨੇ ਅੱਗੋਂ ਆਖਿਆ ਇੰਨੇ ਤਾਂ ਸਾਰੇ ਭਾਰਤ ਵਿੱਚ ਕਿਤੇ ਵੀ ਨਹੀਂ, ਇੱਥੇ ਕਿੱਦਾਂ ਹੋਗੇ, ਇਹਨੂੰ ਸੋਧ ਕੇ ਭੇਜੋ, ਇਹਦੀ ਪੜਤਾਲ ਕੀਤੀ ਜਾਵੇਗੀ। ਫਿਰ ਇਹ ਘਬਰਾ ਕੇ, ਜਿਹੜਾ ਘਬਰਾਇਆ ਬੰਦਾ ਹੁੰਦਾ ਦੂਜੀ ਗਲਤੀ ਕਰਦਾ, ਰਾਤੋਂ ਰਾਤ ਹੀ 800-900 ਕਰੋੜ ਜਿਹੜਾ ਸੀ 300-400 ਕਰੋੜ ਤੇ ਆ ਗਿਆ ਜੀ। ਇਹ ਤਾਂ ਜੀ ਇੰਨਾ ਕੀ ਆ, ਉਹ ਅੰਦਾਜ਼ੇ ਦੀ ਗਲਤੀ ਸੀ। ਜਦੋਂ ਦਿੱਲੀ ਗਿਆ ਤੇ ਉਹਨਾਂ ਨੇ ਆਖਿਆ ਕਿ ਇੱਕਦਮ ਅੰਦਾਜ਼ੇ ਦੀ ਗਲਤੀ 50% ਤੇ ਆ ਗਈ ਹੈ ਨਾ ਜੀ, ਅਜੇ ਪਤਾ ਨਹੀਂ 5% ਤੱਕ ਵੀ ਜਾਊਗੀ ਤਾਂ ਪਰਚਾ ਦਰਜ ਕਰੋ। ਇਹ ਕੰਮ ਉਦੋਂ ਵੀ ਆਇਆ ਸੀ। ਹੁਣ ਜਿਹੜੀ ਤੁਸੀਂ ਤਹਿਸੀਲਦਾਰ ਦੀ ਗੱਲ ਕਰਦੇ ਹੋ ਆਨੰਦਪੁਰ ਸਾਹਿਬ ਦੀ, ਜੀ, ਪਹਿਲਾਂ ਤਾਂ ਇੱਕ ਤਹਿਸੀਲਦਾਰ ਆਨੰਦਪੁਰ ਸਾਹਿਬ ਦਾ ਸੀ ਤੇ ਨੂਰਪੁਰ ਬੇਦੀ ਦੀ ਤਹਿਸੀਲ ਉਹਦੇ ਅੰਡਰ ਨਹੀਂ ਸੀ ਜੀ। ਉਹਨੇ ਨੂਰਪੁਰ ਬੇਦੀ ਜਾ ਕੇ ਰਜਿਸਟਰੀਆਂ ਕਰ ਦਿੱਤੀਆਂ, ਉੱਥੇ ਵਸੀਕੇ ਲਿਖਾਤੇ, ਇਹਨੂੰ ਹੱਕ ਹੀ ਨਹੀਂ ਦਿੱਤਾ ਸੀ। ਦੂਸਰੀ ਗੱਲ ਇਹ ਹੋਈ ਕਿ ਉਹਨੂੰ ਪਤਾ ਸੀ ਕਿ ਪਹਾੜੀ ਜ਼ਮੀਨ 80-90 ਹਜ਼ਾਰ ਰੁਪਏ ਕਿੱਲੇ 'ਚ ਮਿਲਦੀ ਪਈ ਆ। ਪੰਜਾਬ ਸਰਕਾਰ ਨੇ ਜੰਗਲਾਤ ਵਾਸਤੇ ਨਵੇਂ ਜੰਗਲ ਲਾਉਣ ਵਾਸਤੇ ਜ਼ਮੀਨ ਲੈਣੀ ਸੀ, ਨੇ ਆਪਣੇ ਬੰਦਿਆਂ ਦੇ ਨਾਂ ਤੇ ਖਰੀਦ ਲਈ। 5-7 ਬੰਦੇ, ਇੱਕ ਅੱਧਾ ਕੋਈ ਸਰਪੰਚ ਵੀ ਦੱਸਦੇ ਆ, ਰਲ ਕੇ ਜ਼ਮੀਨ ਖਰੀਦ ਲਈ ਤੇ ਉਹ ਜਿਹੜੀ 90 ਹਜ਼ਾਰ ਵਾਲੀ ਜ਼ਮੀਨ ਹੈ ਜਦੋਂ 9 ਕਰੋੜ ਲੱਖ ਨੂੰ ਵੇਚੀ ਗਈ ਸਰਕਾਰ ਨੂੰ, ਉਹਦੇ ਵਿੱਚ ਕਾਫੀ ਮੋਟਾ ਕਈ ਕਰੋੜਾਂ ਦਾ, ਸ਼ਾਇਦ 100 ਕਰੋੜ ਦੇ ਨੇੜੇ ਤੇੜੇ ਕਹਿੰਦੇ ਘਪਲਾ ਹੋਇਆ ਜੀ। ਉਹਦੀ ਪੜਤਾਲ ਚੱਲਦੀ ਪਈ ਸੀ ਪਿਛਲੇ 2-3 ਮਹੀਨਿਆਂ ਤੋਂ। ਹੁਣ ਪੜਤਾਲ ਸਿਰੇ ਲੱਗੀ ਹੈ ਤੇ ਕੱਲ ਤਹਿਸੀਲਦਾਰ ਸਾਹਿਬ ਦੀ ਗ੍ਰਿਫਤਾਰੀ ਦੀ ਨੌਬਤ ਆ ਗਈ ਹੈ। ਪਰ ਤਹਿਸੀਲਦਾਰ ਜਿਹੜਾ ਇਹ ਜਿੱਡਾ ਵੱਡਾ ਹੱਡ ਆ ਉਹ ਇਕੱਲਾ ਨਹੀਂ ਚੁੱਕ ਸਕਦਾ, ਉਹਦੇ ਨਾਲ ਕੁਝ ਸਿਆਸੀ ਲੋਕ ਹੋਣਗੇ, ਕੋਈ ਵੱਡਾ ਅਫਸਰ ਵੀ ਜ਼ਰੂਰ ਹੋਊਗਾ ਜਿਹਦੀ ਪਹੁੰਚ ਚੰਡੀਗੜ੍ਹ ਤੱਕ ਹੋਵੇ।
ਇਹ ਸਾਰੇ ਕੇਸ ਦੀ ਪੁਣਛਾਣ ਹੋਣੀ ਚਾਹੀਦੀ ਆ ਤੇ ਪਤਾ ਲੱਗਣਾ ਚਾਹੀਦਾ ਕਿ ਸਰਕਾਰ ਦਾ ਪੈਸਾ ਖੁਰਦ-ਬੁਰਦ ਕਰਨ ਦੇ ਵਿੱਚ ਕੌਣ-ਕੌਣ ਸ਼ਾਮਲ ਹੈ, ਕਿਉਂਕਿ ਮਾਮਲਾ ਇਹ ਇਕੱਲੇ ਆਨੰਦਪੁਰ ਸਾਹਿਬ ਦਾ ਨਹੀਂ। ਪੰਜਾਬੀ 'ਚ ਮੁਹਾਵਰਾ ਮਸ਼ਹੂਰ ਹੈ, ਗੱਲ ਸਹਿ ਦੀ ਨਹੀਂ, ਗੱਲ ਪੈ ਦੀ ਆ ਜੀ। ਇਸ ਮਾਲ ਮਹਿਕਮੇ 'ਚ ਕੁਝ ਇਹੋ ਜਿਹੇ ਅਫਸਰ ਹੈ, ਮੈਂ ਸਾਰਿਆਂ ਬਾਰੇ ਬਿਲਕੁਲ ਨਹੀਂ ਕਹਿ ਰਿਹਾ, ਪਰ ਕੁਝ ਇਹੋ ਜਿਹੇ ਅਫਸਰ ਆ ਜਿਨ੍ਹਾਂ ਨੂੰ ਵੱਢ ਖਾਣੇ ਸਮਝਿਆ ਜਾਂਦਾ। ਉਹ ਜਿੱਥੇ-ਜਿੱਥੇ ਗਏ ਉਹਨਾਂ ਨੇ ਰਾਤ ਦਿਨ ਇਹੋ ਹੀ ਕੰਮ ਕੀਤਾ, ਜਿੱਥੇ-ਜਿੱਥੇ ਦਾ ਲੱਗਾ ਲਾਈ ਗਏ ਤੇ ਲਾਈ ਗਏ। ਉਹ ਜਿੱਥੇ ਵੀ ਜਾਂਦੇ ਸੀ ਲੋਕਲ MLA, ਲੋਕਲ ਫਲਾਨਾ, ਉਹ ਵੱਡਿਆਂ ਛੋਟਿਆਂ ਸਾਰਿਆਂ ਦੇ ਨਾਲ ਜਿੱਡਾ ਸਿਰਿਆ ਓਡਾ ਸਰਵਾਰਨਾ ਪਾਈ ਜਾਂਦੇ ਸੀ ਤੇ ਉਹਨਾਂ ਦੇ ਕੰਮ 'ਚ ਕੋਈ ਦਖਲ ਨਹੀਂ ਸੀ ਦਿੰਦਾ। ਮੈਂ ਤਾਂ ਹੀ ਇਹ ਕਹਿਣਾ ਕਿ ਆਨੰਦਪੁਰ ਸਾਹਿਬ ਦੇ ਇਸ ਤਹਿਸੀਲਦਾਰ ਦਾ ਕੇਸ ਸਿਰਫ ਇਹਦੇ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ। ਜਿਨ੍ਹਾਂ ਨੇ ਇਹਨੂੰ ਉੱਥੇ ਲਵਾਇਆ, ਜਿਨ੍ਹਾਂ ਨੇ ਇਹਨੂੰ ਪੁਸ਼ਤਪਨਾਹੀ ਕੀਤੀ, ਜਿਹੜੇ ਇਹਦੇ ਪਿੱਠ ਤੇ ਖਲੋਂਦੇ ਰਹੇ ਆ, ਉਹਨਾਂ ਸਾਰਿਆਂ ਦੀ ਪੈੜ ਨੱਪਣੀ ਚਾਹੀਦੀ ਆ ਤੇ ਸਾਰੇ ਇਹਦੇ ਨਾਲ ਇੱਕੋ ਰੱਸੇ ਬੰਨ੍ਹ ਦੇਣੇ ਚਾਹੀਦੇ ਆ। ਜੀ ਪੰਨੂ ਸਾਹਿਬ, ਲੋਕ ਕੀ ਕਹਿਣ ਲੱਗੇ ਕਿ ਮਾੜਾ ਚੜਿਆ 2022 ਵਾਲਾ ਸਾਲ ਲੱਗਦਾ ਜੇਲ੍ਹ ਹੋਵੇਗੀ। ਇਹ ਇਕੱਲੇ ਅਫਸਰਾਂ ਲਈ ਨਹੀਂ, ਕਈ ਲੀਡਰਾਂ ਦੇ, ਕਈ ਮੰਤਰੀਆਂ ਦੇ ਨਾਮ ਵੀ ਆ ਰਹੇ ਨੇ ਹੁਣ ਇੱਕ ਲਿਸਟ ਦੇ ਵਿੱਚ। ਕਹਿੰਦੇ ਸਰਕਾਰ ਹੁਣ ਕਾਰਵਾਈ ਕਰਾ ਸਕਦੀ ਹੈ। ਕੀ ਲੱਗਦਾ ਹੈ ਜੀ ਕਿ ਲੀਡਰ ਲਗਾਤਾਰ ਜੇਲ੍ਹ ਵੱਲ ਨੂੰ ਜਾ ਰਹੇ ਨੇ ਜਾਂ ਫਿਰ ਉਧਰ ਕੇਸ ਹੁਣ ਖੰਗਾਲੇ ਜਾ ਰਹੇ ਨੇ? ਕਿੱਧਰ ਕਿ ਜਾ ਕੇ ਕਹਾਣੀ ਰੁਕੂਗੀ? ਕਿ ਇਹ ਫਸਾਣ ਦੀ ਗੱਲਾਂ ਹੋ ਰਹੀਆਂ ਜਾਂ ਸੱਚਮੁੱਚ ਪਿਛਲੇ ਸਮੇਂ 'ਚ ਘਪਲੇ ਹੀ ਨੇ ਹੋਏ ਕਿ ਹੁਣ ਉਜਾਗਰ ਹੋ ਰਹੇ ਨੇ? ਦੇਖੋ, ਇਹਦੇ 'ਚ ਕੁਝ ਲੋਕ ਕਹਿੰਦੇ ਆ ਨਿੱਜੀ ਕਿਹੜਾ ਨੇ, ਹੋ ਸਕਦਾ ਨਿੱਜੀ ਕਿਹੜਾ ਵੀ ਹੋਣ, ਪਰ ਕੁਝ ਮਾਮਲੇ ਬੜੇ ਓਪਨ ਐਂਡ ਸ਼ੱਟ ਹੈ ਜੀ, ਜਿੱਥੇ ਜਾ ਕੇ ਉਹਨਾਂ ਦੀ ਕੋਈ ਮਦਦ ਸ਼ਾਇਦ ਨਾ ਕਰ ਸਕੇ। ਜੀ ਸਾਧੂ ਸਿੰਘ ਧਰਮਸ਼ੋਤ ਪਹਿਲਾਂ ਹੀ ਫਸਿਆ ਜੀ। ਆ ਪਰਸੋਂ ਦੀ ਗੱਲ ਹੈ, ਪਟਿਆਲੇ ਦੇ ਪਿੰਡ ਆਕੜੀ ਦੀ ਸਰਪੰਚ ਦੀ ਗ੍ਰਿਫਤਾਰੀ ਦੀ ਨੌਬਤ ਆ ਗਈ ਹੈ, ਕਿਉਂਕਿ ਜਿਹੜਾ ਕਾਰੀਡੋਰ ਵਾਸਤੇ ਪੈਸਾ ਮਿਲਿਆ ਸੀ, ਕਰੋੜਾਂ ਰੁਪਈਆ ਖੁਰਦ-ਬੁਰਦ ਕੀਤਾ ਗਿਆ ਤੇ ਉਹਦੇ ਵਿੱਚ ਕਾਂਗਰਸ ਦੇ ਇੱਕ ਸਾਬਕਾ MLA ਦਾ ਵੀ ਨਾਂ ਆਉਂਦਾ ਤੇ MLA ਉਹ ਕਈ ਕਿਸਮ ਦੀ ਪਹਿਲਾਂ ਵੀ ਬਦਨਾਮੀ ਖੱਟਦਾ ਰਿਹਾ, ਵਾਹਵਾ ਨੇਕ ਨਾਮ ਗਿਣਿਆ ਜਾਂਦਾ, ਉਹਦੇ ਤੱਕ ਵੀ ਗੱਲ ਜਾਂਦੀ ਪਈ ਆ, ਹੋ ਸਕਦਾ ਜਾਵੇ। ਤੀਸਰਾ ਇਹ ਕਿ ਜਿਹੜਾ ਅੰਮ੍ਰਿਤਸਰ ਦੇ ਭਗਤੂਪੁਰ ਵਾਲਾ ਕੇਸ ਆ, ਜ਼ਮੀਨ ਦੇ ਪੰਚਾਇਤੀ ਜ਼ਮੀਨ ਦੀ ਖਰੀਦ ਵੇਚ ਦਾ ਮਾਮਲਾ ਜੋ ਕੁਝ ਕੀਤਾ ਗਿਆ, ਜੇ ਉਹ ਦਸੰਬਰ 2021 ਦਾ ਟਿਕਿਆ ਸੀ, ਟਿਕਿਆ ਰਹਿੰਦਾ। ਜਦੋਂ 10 ਮਾਰਚ ਨੂੰ ਕਾਂਗਰਸ ਪਾਰਟੀ ਹਾਰ ਗਈ, ਉਹਨਾਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਸਤੀਫਾ ਦੇ ਦਿੱਤਾ। 11 ਮਾਰਚ ਨੂੰ ਉਸ ਫਾਈਲ ਤੇ ਕਿਸੇ ਨੂੰ ਦਸਤਖਤ ਕਰਨ ਦਾ ਅਧਿਕਾਰ ਨਹੀਂ ਸੀ। ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕੋਲ 11 ਮਾਰਚ ਨੂੰ ਸਵੇਰੇ 11 ਵਜੇ ਫਾਈਲ ਜਾਂਦੀ ਹੈ ਤੇ ਉਹ ਦਸਤਖਤ ਕਰ ਦਿੰਦਾ। ਇਹ ਮਾਮਲਾ ਗੰਭੀਰ ਬਣ ਗਿਆ ਤੇ ਇਹਦੀ ਮੁੱਖ ਮੰਤਰੀ ਨੇ ਪਰਮਿਸ਼ਨ ਦੇ ਦਿੱਤੀ ਹੈ ਕਿ ਪਰਚਾ ਦਰਜ ਕਰ ਦਿਓ। ਵਿਜੀਲੈਂਸ ਕੋਲ ਕੇਸ ਕੱਲ੍ਹ ਦਾ ਚਲਾ ਗਿਆ, ਗੱਲ ਵੱਧ ਜਾਣੀ ਹੈ ਜੀ। ਆਖਰੀ ਗੱਲ ਇਹ ਕਿ ਮਾਮਲਾ ਲੁਧਿਆਣੇ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਦਾ ਦੱਸਿਆ ਜਾ ਰਿਹਾ, ਉਹਦਾ ਨਾਂ ਚਰਚਾ 'ਚ ਆ ਰਿਹਾ, ਕਿਉਂਕਿ ਲੁਧਿਆਣਾ ਇੰਪਰੂਵਮੈਂਟ ਟਰਸਟ ਦਾ ਜਿਹੜਾ ਚੇਅਰਮੈਨ ਬਣਾਇਆ ਸੀ ਰਮਨ ਬਾਲਾ ਸੁਬਰਾਮਨੀਅਮ, ਉਹਨੇ ਉੱਥੇ ਘਪਲੇ ਕਾਫੀ ਕੀਤੇ ਦੱਸਦੇ ਆ। ਬੜੀ ਲੰਮੀ ਲਿਸਟ ਹੈ। ਇਹ ਬੜੇ ਚਿਰਾਂ ਤੋਂ ਹੁੰਦੇ ਆਏ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਸੀ, ਉਦੋਂ ਵੀ ਤਾਂ ਲੁਧਿਆਣਾ ਇੰਪਰੂਵਮੈਂਟ ਟਰਸਟ ਦਾ ਕੇਸ ਦਰਜ ਹੋਇਆ ਸੀ ਜੀ। ਉਹਦੇ ਦੋਸ਼ੀਆਂ 'ਚ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਹੀ ਸੀ, ਅਜੇ ਤੱਕ ਉਹ ਵੀ ਕੇਸ ਚੱਲਦਾ ਪਿਆ ਜੀ। ਹੁਣ ਵੀ ਇਹਨਾਂ ਦੀ ਸਰਕਾਰ ਆਈ। ਲੁਧਿਆਣਾ ਇਹੋ ਜਿਹੀ ਥਾਂ ਜਿੱਥੇ ਕੋਈ ਲੁੱਟਣ ਤੇ ਆ ਜਾਵੇ, ਜਿੰਨਾ ਮਰਜ਼ੀ ਲੁੱਟ ਲਵੇ, ਪਰ ਚੋਰ ਖਾਂਦੇ ਨੂੰ ਨਹੀਂ ਵੇਖੀਦਾ, ਉਹਨੂੰ ਮੁੜ ਕੇ ਕੁੱਟੀ ਦੇ ਨਹੀਂ ਵੇਖੀਦਾ। ਇਸ ਵੇਲੇ ਜਿੱਧਰ ਨੂੰ ਗੱਲ ਤੁਰ ਪਈ ਆ, ਪਰਚਾ ਦਰਜ ਹੋ ਸਕਦਾ। ਕਿਹਦੇ ਤੇ ਹੋਊ ਇਹ ਅਜੇ ਸਾਨੂੰ ਪੂਰਾ ਪਤਾ ਨਹੀਂ ਜੀ। ਬਿਲਕੁਲ ਠੀਕ ਹੈ ਪੰਨੂ ਸਾਹਿਬ। ਇੱਕ ਸਵਾਲ ਇਹ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ 2018 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁੰਦੀ ਸੀ, ਉਦੋਂ ਕਈ ਸਕੂਲਾਂ ਦੀ ਜਿਹੜੀ ਉਹ ਮਾਨਤਾ ਰੱਦ ਹੋਈ ਸੀ, ਤਾਂ ਹੁਣ 4 ਸਾਲ ਬਾਅਦ ਜਾ ਕੇ ਉਹ ਸਕੂਲ ਹਾਈ ਕੋਰਟ ਵੱਲ ਨੂੰ ਚਲੇ ਗਏ ਨੇ। ਇਹ ਪੂਰਾ ਮਸਲਾ ਕੀ ਹੈ ਜੀ? ਤੇ ਹੁਣ ਹਾਈ ਕੋਰਟ ਵੱਲ ਜਾਣਾ ਇਹ ਕੀ, ਇਹਦੇ ਵਿੱਚ ਕਿੰਨੀ ਕੁ ਤੁਹਾਨੂੰ ਲੱਗਦਾ ਹੈ ਕਿ ਤੱਥ ਹੈ ਜਾਂ ਫਿਰ ਇਹਦੇ ਬਾਰੇ ਕੀ ਕਹਾਣੀ ਕੀ ਹੈ ਪੂਰੀ? ਆਨੰਦਪ੍ਰੀਤ ਜੀ, ਕੁਝ ਬੱਚੇ ਇਹੋ ਜਿਹੇ ਹੁੰਦੇ ਆ, ਜਿੰਨਾ ਮਰਜ਼ੀ ਪੜ੍ਹਾ ਲਓ, ਜਾਂ ਪੜ੍ਹਾਉਣ ਵਾਲਿਆਂ 'ਚ ਨੁਕਸ ਜਾਂ ਪੜ੍ਹਨ ਵਾਲਿਆਂ 'ਚ ਨੁਕਸ, ਉਹ ਪਾਸ ਨਹੀਂ ਹੁੰਦੇ ਜੀ। ਉਹਨਾਂ ਵਾਸਤੇ ਫਿਰ ਇੱਕ ਬਾਈਪਾਸ ਲੱਭਿਆ ਜਾਂਦਾ। ਹਰਿਆਣੇ ਦੇ ਬੱਚੇ ਇੱਥੇ ਲਿਆ ਕੇ ਚੁੱਪ-ਚਪੀਤੇ ਕਾਗਜ਼ਾਂ 'ਚ ਉਹਨਾਂ ਦੇ ਨਾਂ ਦਾਖਲੇ 'ਚ ਭਰ ਕੇ ਇਮਤਿਹਾਨ ਵਾਲੇ ਦਿਨ ਜਿਹੜਾ ਸੈਂਟਰ ਉਹਨਾਂ ਦੀ ਮਰਜ਼ੀ ਦਾ ਵੀ, ਉੱਥੇ ਵੱਖਰੇ ਕਮਰੇ 'ਚ ਬਿਠਾ ਕੇ 10-10 ਕੇ ਪੇਪਰ ਕਰਵਾਏ ਜਾਂਦੇ ਆ ਜੋ ਬੱਚੇ ਪਾਸ ਕਰਵਾ ਦਿੰਦੇ ਆ। ਉਦੋਂ ਖੇਮਕਰਨ ਇਲਾਕੇ 'ਚ, ਤਰਨਤਾਰਨ ਜ਼ਿਲ੍ਹੇ 'ਚ ਇਸ ਤਰ੍ਹਾਂ ਦੇ ਕੇਸ ਫੜੇ ਗਏ ਸਨ, ਜਿਹੜੇ ਬੱਚੇ ਉਸ ਜ਼ਿਲ੍ਹੇ ਦੇ ਵੀ ਨਹੀਂ ਔਰ ਕੁਝ ਬੱਚੇ ਤਾਂ ਪੰਜਾਬ ਦੇ ਵੀ ਨਹੀਂ ਸੀ, ਬਾਹਰੋਂ ਲਿਆ ਕੇ ਉਹਨਾਂ ਨੂੰ ਪੇਪਰ ਕਰਾਏ ਗਏ ਸਨ ਜੀ। ਇਸ ਮਾਮਲੇ ਦੀ ਜਾਂਚ ਕਹਿੰਦੇ ਆ ਕਿ ਇੱਕ ਐਡੀਸ਼ਨਲ ਸੈਸ਼ਨ ਜੱਜ ਤੋਂ ਵੀ ਕਰਾਈ ਗਈ ਤੇ ਇਹ ਗੱਲ ਸਾਬਤ ਹੋਈ
ਕਿ ਬਾਹਰ ਦੇ ਬੱਚੇ ਲਿਆ ਕੇ ਜਿਹੜੇ ਉੱਥੇ ਪੜ੍ਹਦੇ ਨਹੀਂ ਕਾਗਜ਼ਾਂ 'ਚ ਦਾਖਲੇ ਵਿਖਾ ਕੇ ਉਹਨਾਂ ਦੇ ਪੇਪਰ ਕਰਵਾਏ ਗਏ ਸੀ। ਉਹਦੇ 'ਚ ਪਰਚੇ ਵੀ ਦਰਜ ਹੋਏ, ਉਹਦੇ 'ਚ ਉਹਨਾਂ ਦੀ ਮਾਨਤਾ ਵੀ ਰੱਦ ਕਰ ਦਿੱਤੀ ਗਈ ਔਰ ਜਿਹੜੇ ਮਾਨਤਾ ਦੇਣ ਵਾਲੇ ਅਧਿਕਾਰੀ ਸੀ ਤੇ ਉੱਤੋਂ ਮਿਲੇ ਹੋਏ ਸੀ ਸਿੱਖਿਆ ਬੋਰਡ 'ਚ, ਉਹਨਾਂ ਨੂੰ ਵੀ ਮੋਟੇ ਜੁਰਮਾਨੇ ਲੱਗੇ ਸਨ ਜੀ। ਉਹ ਕੇਸ ਹੁਣ ਹਾਈ ਕੋਰਟ ਚਲਾ ਗਿਆ। ਮੈਂ ਹਾਈ ਕੋਰਟ ਦੇ ਵਿੱਚ ਚੱਲਦੀ ਪ੍ਰਕਿਰਿਆ ਬਾਰੇ ਕੁਝ ਨਹੀਂ ਕਹਿਣਾ। ਇੰਨਾ ਪਤਾ ਲੱਗਾ ਕਿ ਹਾਲ ਦੀ ਘੜੀ ਨੋਟਿਸ ਜਾਰੀ ਹੋਇਆ। ਕੱਲ੍ਹ ਨੂੰ ਹਾਈ ਕੋਰਟ ਕੀ ਇਹਦੇ ਉੱਤੇ ਡਾਇਰੈਕਸ਼ਨਾਂ ਦਿੰਦੀ ਹੈ, ਕੀ ਆਰਡਰ ਦਿੰਦੀ ਹੈ, ਉਹਦੀ ਸਾਨੂੰ ਉਡੀਕ ਰਹੂਗੀ। ਪਰ ਇਹ ਕਾਲਾ ਮਾਲਾ ਜਲੰਧਰ ਵਿੱਚ ਵੀ ਹੁੰਦਾ, ਲੁਧਿਆਣੇ 'ਚ ਵੀ ਹੁੰਦਾ, ਇਹ ਬਠਿੰਡੇ 'ਚ ਵੀ ਹੁੰਦਾ, ਇਹ ਹੋਰ ਵੀ ਕਈ ਜ਼ਿਲ੍ਹਿਆਂ 'ਚ ਹੁੰਦਾ। ਇਹ ਰੋਕਣਾ ਚਾਹੀਦਾ। ਠੱਗੀ ਠੋਰੀ ਬਹੁਤ ਵੱਡੀ ਹੋ ਰਹੀ ਹੈ ਜੀ। ਪੰਨੂ ਸਾਹਿਬ, ਤੁਸੀਂ ਸਮਾਂ ਦਿੱਤਾ, ਪੂਰੇ ਸ਼ੋਅ ਦੇ ਵਿੱਚ ਆ ਕੇ ਚਰਚਾ ਕੀਤੀ ਪੰਜਾਬ ਦੇ ਇਹਨਾਂ ਮੁੱਦਿਆਂ ਦੇ ਉੱਤੇ। ਬਹੁਤ ਬਹੁਤ ਧੰਨਵਾਦ ਜੀ। ਜੀ ਮਿਹਰਬਾਨੀ, ਸ਼ੁਕਰੀਆ ਜੀ। ਤਾਂ ਪ੍ਰਾਈਮ ਡਿਸਕਸ਼ਨ ਪ੍ਰੋਗਰਾਮ ਦੇ ਵਿੱਚ ਬਸ ਅੱਜ ਇੰਨਾ ਹੀ। ਹੁਣ ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।